50% ਤੇ ਲਿਆਉਣ ਬਿਜਲੀ ਦੇ ਜਿਹੜੇ ਰੇਟ ਆ 5 ਰੁਪਏ ਤੁਸੀਂ ਵਾਅਦਾ ਕਰਦੇ ਸੀ 8 ਰੁਪਏ ਦੀ ਮਿਲਦੀ ਆ 9 ਰੁਪਏ ਅੱਜ ਲੋਡ ਪੈ ਗਈ ਆ 4 ਰੁਪਏ ਕਰਨੀ ਪੈਣੀ ਆ। ਔਰ ਵੱਡੀ ਗੱਲ ਇੱਕ ਫੈਸਲਾ ਇਹ ਹੈ ਸਾਰਿਆਂ ਨੂੰ ਕਹਿੰਦੇ ਇੰਡਸਟਰੀ ਚਲਾਓ ਮਗਰ ਇੰਡਸਟਰੀ ਮੇਰੀ ਜਿੰਨੇ ਇੰਡਸਟਰੀ ਵਾਲਿਆਂ ਨਾਲ ਗੱਲ ਹੋਈ ਆ ਉਹ ਕਹਿੰਦੇ ਜੀ ਪਹਿਲੀ ਗੱਲ ਤਾਂ ਮਾਰਕੀਟ ਨਹੀਂ ਜਦ ਤੱਕ ਲੌਕਡਾਊਨ ਨਹੀਂ ਖੁੱਲਣਾ ਇੰਡਸਟਰੀ ਚੱਲ ਨਹੀਂ ਸਕਦੀ। ਫਿਰ ਇੱਕ ਉਹਦੇ 'ਚ ਐਡੀ ਸਟ੍ਰਿੰਜੈਂਟ ਕੰਡੀਸ਼ਨ ਹੈ ਕਿ ਜੇ ਕੋਈ ਕੋਵਿਡ ਪੋਜ਼ਿਟਿਵ ਪਾਇਆ ਗਿਆ ਤੇ ਪਰਚਾ ਇੰਡਸਟਰੀ ਵਾਲੇ ਤੇ ਵੀ ਨਾਲ ਹੋਊਗਾ ਜੋ ਉਹਨਾਂ 'ਚੋਂ ਇੱਕ ਸ਼ਰਤਾਂ ਲਿਖੀਆਂ। ਇਹਨਾਂ ਹਾਲਾਤਾਂ 'ਚ ਇੰਡਸਟਰੀ ਦੇ ਅੰਦਰ ਵੀ ਬੜਾ ਫੀਅਰ ਇਕੱਠਾ ਹੋਇਆ। ਉਹਨਾਂ ਨੇ ਫੀਅਰ 'ਚ ਨੇ ਡਰ 'ਚ ਨੇ ਭੈ 'ਚ ਨੇ ਉਹਨਾਂ ਨੇ ਨਹੀਂ ਇੰਡਸਟਰੀ ਚਲਾਉਣੀ। ਇਸ ਲਈ ਇਹ ਬੜਾ ਜ਼ਰੂਰੀ ਹੋ ਗਿਆ ਕਿ ਫਾਈਨੈਂਸ਼ੀਅਲ ਪੈਕੇਜ ਆਵੇ ਜਿਨ੍ਹਾਂ ਦੇ ਜੌਬ ਲਾਸ ਹੋਇਆ ਜਿਨ੍ਹਾਂ ਦੀ ਸੈਲਰੀ 50% ਹੋਈ ਆ ਜਾਂ ਜਿਨ੍ਹਾਂ ਨੂੰ ਦਿਹਾੜੀ ਨਹੀਂ ਮਿਲ ਰਹੀ ਐਟਲੀਸਟ ਉਹਨਾਂ ਦੇ ਅਕਾਊਂਟ 'ਚ ਪੈਸੇ ਜਾਣ ਜਾਂ ਉਹਨਾਂ ਨੂੰ ਕੋਈ ਰਾਹਤ ਮਿਲੇ ਤੇ ਉਹ ਆਰਾਮ ਨਾਲ ਘਰੇ ਪੈ ਸਕਣ। ਦੂਜੀ ਗੱਲ ਚਾਹੇ ਇਹ ਸਾਡੇ ਸਤਿਕਾਰਯੋਗ ACP ਸਾਹਿਬ ਦੀ ਦੁਖਦਾਈ ਇਹ ਕੋਵਿਡ ਨਾਲ ਡੈਥ ਹੋਈ ਆ ਜਾਂ ਉਸ ਤੋਂ ਪਹਿਲਾਂ ਭਾਈ ਨਿਰਮਲ ਸਿੰਘ ਪਦਮ ਸ਼੍ਰੀ ਜਿਹੜੇ ਰਾਗੀ ਸਿੰਘ ਸਨ ਉਹਨਾਂ ਦੀ ਹੋਈ ਆ। ਔਰ ਅੱਜ ਵੀ ਤੁਸੀਂ ਉਹਨਾਂ ਦੇ ਪਰਿਵਾਰ ਦੀ ਸਟੇਟਮੈਂਟ ਸੁਣੀ ਹੈ ਕਿ ਔਰ ਉਹ ਆਡੀਓ ਵੀ ਸੁਣੀ ਸੀ। ਉਹਨਾਂ ਨੇ ਇਹ ਇਲਜ਼ਾਮ ਲਾਏ ਸੀ ਕਿ ਉਹਨਾਂ ਦਾ ਸਹੀ ਤਰੀਕੇ ਦੀ ਟ੍ਰੀਟਮੈਂਟ ਨਹੀਂ ਹੋ ਰਹੀ ਔਰ ਅੱਜ ਵੀ ਉਹਨਾਂ ਨੇ CBI ਦੀ ਮੰਗ ਕੀਤੀ। ਔਰ ਅਸਲੀਅਤ ਕੀ ਆ ਮੈਂ ਇਹਦੇ 'ਚ ਹੈਲਥ ਦੇ ਜਿਹੜੇ ਵਰਕਰਸ ਨੇ ਜਾਂ ਹੈਲਥ ਦੇ ਜਿਹੜੇ ਫਰੰਟ ਲਾਈਨ 'ਚ ਲੜ ਰਹੇ ਆ ਮੈਂ ਉਹਨਾਂ ਨੂੰ ਗੁਨੇਗਾਰ ਜਾਂ ਜ਼ਿੰਮੇਵਾਰ ਨਹੀਂ ਠਹਿਰਾਉਂਦਾ ਕਿਉਂਕਿ ਉਹ ਤਾਂ ਆਪ ਵਿਚਾਰੇ ਗੱਲ ਦਾ ਰੌਲਾ ਦਵਾਈਆਂ ਦੇ ਰਹੇ ਕਿ ਸਾਡੇ ਹੱਥ ਤਾਂ ਮਜ਼ਬੂਤ ਕਰੋ। ਜੇ ਸਾਨੂੰ ਜੰਗ ਲਈ ਭੇਜਿਆ ਤੇ ਜੰਗ ਅਸੀਂ ਉਦੋਂ ਹੀ ਲੜ ਸਕਦੇ ਹਾਂ ਜੇ ਸਾਨੂੰ ਹਰ ਤਰੀਕੇ ਦੀ ਸਾਨੂੰ ਸਪੋਰਟ ਸਰਕਾਰ ਦਊਗੀ ਮਗਰ ਉਹ ਸਪੋਰਟ ਨਹੀਂ ਮਿਲ ਰਹੀ। ਹੁਣ ਤੱਕ ਰੌਲਾ ਪੈ ਰਿਹਾ ਸੀ PPE ਕਿਟਸ ਦਾ ਗਲਵਸ ਦਾ ਮਾਸਕ ਦਾ ਸੈਨੀਟਾਈਜ਼ਰ ਦਾ ਹਰ ਚੀਜ਼ ਦਾ ਹੀ ਰੌਲਾ ਪੈਂਦਾ ਰਿਹਾ। ਔਰ ਅੱਜ ਵੀ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਪੰਜਾਬ ਦੀ ਸਰਕਾਰ ਕਈ ਥਾਵਾਂ ਤੇ ਇਹ ਕੀ ਕਰ ਰਹੀ ਹੈ ਇਹਨਾਂ ਦਾ ਰਵੱਈਆ ਕੀ ਹੈ ਕਿ ਕੋਵਿਡ ਦਾ ਪੇਸ਼ੈਂਟ ਲਿਆਉਂਦੇ ਉਹਨੂੰ ਆਈਸੋਲੇਟ ਕਰ ਦਿੰਦੇ ਇਕੱਲਾ ਇਲਾਜ ਹਿਸਾਬ ਦਾ ਆਈਸੋਲੇਸ਼ਨ ਜ਼ਿਆਦਾ ਔਰ ਇਸੇ ਲਈ ਲੋਕ ਡਰਨ ਲੱਗ ਗਏ ਦੱਸਣ ਤੋਂ ਕਿ ਸਾਡੇ ਅਸੀਂ ਸ਼ਾਇਦ ਸਾਡੇ ਸਿੰਪਟਮਸ ਕੋਵਿਡ ਵਾਲੇ ਆ। ਇਸ ਲਈ ਉਹ ਪੋਜ਼ਿਟਿਵ ਮਾਹੌਲ ਪੈਦਾ ਕਰਨਾ ਬੜਾ ਜ਼ਰੂਰੀ ਹੈ। ਔਰ ਜਿਹੜੀ ਵੱਡਾ ਚਿੰਤਾ ਦਾ ਵਿਸ਼ੇ ਬਣ ਰਿਹਾ ਹੈ ਕਿ ਹਾਲੇ ਪੰਜਾਬ ਦੇ ਕੇਸਿਸ ਘੱਟ ਨੇ ਉਹਦੇ ਕਈ ਕਾਰਨ ਵੀ ਦੱਸੇ ਜਾ ਰਹੇ ਜੋ ਐਕਸਪਰਟਸ ਦੱਸਦੇ ਕਿ ਟੈਸਟਿੰਗ ਇੰਨੀ ਨਹੀਂ ਹੋ ਰਹੀ ਟੈਸਟਿੰਗ ਬਹੁਤ ਘੱਟ ਹੈ ਟੈਸਟਿੰਗ ਤੇ ਜ਼ੋਰ। ਔਰ ਦੂਜੀ ਗੱਲ ਜਿਹੜਾ ਤੁਸੀਂ ਆ ਗਵਰਨਮੈਂਟ ਆਫ ਇੰਡੀਆ ਦੇ ਜੇ ਫਿਗਰਸ ਕੱਢੋ ਅੱਜ ਵੀ ਅਖਬਾਰ 'ਚ ਵੀ ਆਈ ਹੈ ਖਬਰ ਕਿ ਜਿਹੜੀ ਪੰਜਾਬ ਦੀ ਡੈਥ ਦੀ ਰੇਸ਼ੋ ਅਕੋਰਡਿੰਗ ਟੂ ਨੰਬਰ ਆਫ ਜਿਹੜੇ ਪੇਸ਼ੈਂਟਸ ਆ ਰਹੇ ਆ ਉਹ ਨੈਸ਼ਨਲ ਐਵਰੇਜ ਜੇ 3% ਹੈ ਪੰਜਾਬ ਦੀ 7% ਹੈ ਇੰਟਰਨੈਸ਼ਨਲ ਐਵਰੇਜ ਜੇ 6% ਕੱਢੀ ਜਾ ਰਹੀ ਹੈ ਪੰਜਾਬ ਉਹ ਤੋਂ ਵੀ ਉੱਤੇ ਚਲੇ ਗਿਆ। ਇਹ ਕੀ ਕਾਰਨ ਨੇ ਇਸ ਗੱਲ ਵੀ ਧਿਆਨ ਦੇਣ ਦੀ ਲੋੜ ਹੈ। ਹਰਿਆਣੇ 'ਚ ਨੰਬਰ ਆਫ ਕੇਸਿਸ ਆਪਣੇ ਨਾਲ ਰਲਦੇ ਮਿਲਦੇ ਆ ਮਗਰ ਨੰਬਰ ਆਫ ਡੈਥਸ ਕੱਲੀਆਂ 3 ਨੇ ਇੱਥੇ 16 ਜਾਂ 17 ਆ ਗਈਆਂ। ਤੁਸੀਂ ਕਈ ਸੂਬਿਆਂ ਦਾ ਮੈਂ ਅੱਜ ਰਿਕਾਰਡ ਕੱਢਿਆ ਸੀ ਤੁਸੀਂ ਹੈਰਾਨ ਹੋਗੇ ਸੁਣ ਕੇ ਕਿ ਤਮਿਲਨਾਡੂ 'ਚ 1372 ਕੇਸ ਨੇ ਤੇ ਡੈਥਸ ਨੇ 15 ਆਪਣੇ ਨਾਲੋਂ ਇੱਕ ਘੱਟ ਹੀ ਹੈ। ਰਾਜਸਥਾਨ 'ਚ 1351 ਕੇਸ ਡੈਥਸ ਨੇ 11। ਇਸੇ ਤਰ੍ਹਾਂ ਕੇਰਲਾ 'ਚ 400 ਕੇਸ ਆਪਣੇ 255 ਨੇ ਉੱਥੇ ਡੈਥ ਹੈ 13 ਉੱਥੇ ਸੌਰੀ ਕੇਰਲਾ 'ਚ 400 ਕੇਸ ਡੈਥ 3 ਤੇ ਆਪਣੇ ਡੈਥ ਹੈ 16। ਇਸੇ ਤਰ੍ਹਾਂ ਇਹ ਬਾਕੀ ਸੂਬਿਆਂ 'ਚ ਵੀ ਜੋ ਜਿਹੜੀ ਮੈਂ ਗੱਲ ਪਹਿਲਾਂ ਵੀ ਕੀਤੀ ਹੈ the number of people dying with COVID are much higher ਪੰਜਾਬ ਦੀ ਬਹੁਤ ਰੇਸ਼ੋ ਹਾਈ ਹੈ। ਇਸ ਲਈ ਇਹ ਕੀ ਕਾਰਨ ਨੇ ਉਹਦੀ ਵੀ ਪ੍ਰੋਪਰ ਐਕਸਪਰਟਸ ਨੂੰ ਲੈ ਕੇ ਇਹਦੀ ਹੁਣੇ ਸਟੱਡੀ ਹੋਵੇ ਕਿਉਂਕਿ ਹਾਲੇ ਤੱਕ ਕੇਸ ਹੀ ਘੱਟ ਹੈ। ਜੇ ਕੇਸ ਵੱਧ ਗਏ ਫਿਰ ਡੈਥ ਕਿੰਨੀਆਂ ਵੱਧ ਜਾਣਗੀਆਂ। ਸੋ ਇਹ ਬਿਫੋਰ ਹੈਂਡ ਇਹ ਸਾਰੀ ਚੀਜ਼ਾਂ ਤੇ ਧਿਆਨ ਦੇਣ ਔਰ ਨਾਲ ਹੀ ਜਿਹੜੇ ਕਿਸਾਨਾਂ ਦਾ ਦੇਖੋ ਹਲੇ ਕਣਕ ਤੇ ਕਿੰਨੀਆਂ ਸ਼ਿਕਾਇਤਾਂ ਆ ਗਈਆਂ ਰਾਸ਼ਨ ਵੰਡਣ ਤੇ ਜੋ ਕੱਲ ਮੇਰੇ ਗੱਲ ਤੁਹਾਡੇ ਸਾਰਿਆਂ ਨੇ ਉਹ ਵੀਡੀਓ ਪਠਾਨਕੋਟ ਵਾਲੀ ਵੇਖੀ ਹੈ ਕਿਹੜੀ ਸੋਸ਼ਲ ਡਿਸਟੈਂਸਿੰਗ ਤੁਹਾਡੇ MLA ਆਪ ਉੱਥੋਂ ਦੇ ਕਿਸ ਤਰੀਕੇ ਨਾਲ ਰਾਸ਼ਨ ਵੰਡ ਰਹੇ ਸੀ। ਜੇ ਕਾਰਵਾਈ ਨਹੀਂ ਕਰੋਗੇ ਤੇ ਸੁਭਾਵਕ ਹੈ ਫਿਰ ਸਿੱਟੇ ਬੜੇ ਖਤਰਨਾਕ ਹੋਣੇ। ਔਰ ਮੇਰੇ ਕੋਲ ਜੋ ਸ਼ਿਕਾਇਤ ਹਰ ਜ਼ਿਲ੍ਹੇ 'ਚ ਰੌਲਾ ਪੈ ਰਿਹਾ ਰਾਸ਼ਨ ਦੀ ਵੰਡ ਦਾ ਕਿ ਰਾਸ਼ਨ ਦੀ ਵੰਡ ਸਹੀ ਨਹੀਂ। ਔਰ ਇਹ ਦੁੱਖ ਦੀ ਗੱਲ ਮੇਰੇ ਨਾਲ ਕਿਸੇ ਨੇ ਸ਼ੇਅਰ ਕੀਤੀ ਸਤਿਕਾਰਯੋਗ ਅਫਸਰਾਂ ਨੇ ਕੀਤੀ ਹੈ ਕਿ ਜਿਹੜੇ
ਕਾਉਂਸਲਰਾਂ ਕੋਲ ਇਹ ਰਾਸ਼ਨ ਚਲੇ ਗਿਆ ਸਰਕਾਰੀ, ਉਹਦੇ 'ਚ ਇਹ ਕਰ ਰਿਹਾ ਕਿ ਕਿਹੜਾ ਮੇਰਾ ਸਪੋਰਟਰ ਵੋਟਰ ਹੈ ਉਹਨੂੰ ਦੇਣੀ ਹੈ, ਦੂਜੇ ਨੂੰ ਨਹੀਂ ਦੇਣੀ। ਇੱਥੋਂ ਤੱਕ ਕਿ ਜਿਹੜੀ ਮਾਈਗ੍ਰੈਂਟ ਲੇਬਰ ਹੈ ਉਹਨੂੰ ਕਹਿੰਦੇ ਦੇਣੀ ਨਹੀਂ ਕਿਉਂਕਿ ਇਹ ਵੋਟਰ ਨਹੀਂ ਸਾਡਾ। ਦੇਖੋ ਮਾਈਗ੍ਰੈਂਟ ਲੇਬਰ ਵੀ ਦੇਸ਼ ਵਾਸੀ ਆ, ਤੁਹਾਡੀ ਇਕਨੋਮੀ ਚਲਾਉਣ ਲਈ ਮਾਈਗ੍ਰੈਂਟ ਲੇਬਰ ਦਾ ਬਹੁਤ ਵੱਡਾ ਹੱਥ ਹੈ। ਇਸ ਵੇਲੇ ਇਸ ਤਰੀਕੇ ਦਾ ਰਵੱਈਆ ਤਾਂ ਚਾਹੀਦਾ ਹੀ ਨਹੀਂ। ਪੋਜ਼ਿਟਿਵ ਰੋਲ ਟਰਾਂਸਪੇਰੈਂਸੀ ਬੜੀ ਲੋੜ ਹੈ, ਔਰ ਫਾਈਨੈਂਸ਼ੀਅਲ ਪੈਕੇਜ ਕਿਸਾਨਾਂ ਵਾਸਤੇ। ਦੇਖੋ ਜਿਹੜੇ ਫੁੱਲਾਂ ਦੀ ਖੇਤੀ ਕਰਦੇ ਸਨ ਉਹਨਾਂ ਦਾ ਸਾਰੀ ਤਹਿਸ ਨਹਿਸ ਹੋ ਗਿਆ ਕੰਮ, ਔਰ ਜਿਹੜੇ ਸਟ੍ਰਾਬੇਰੀਜ਼ ਦੀ ਖੇਤੀ ਕਰਦੇ ਸੀ ਜਾਂ ਫਲ ਫਰੂਟ ਦੀ ਕਰਦੇ ਸੀ, ਸਬਜ਼ੀਆਂ ਦੀ, ਉਹਨਾਂ ਦਾ ਨੁਕਸਾਨ ਹੋ ਗਿਆ। ਦੁੱਧ ਦੇ ਜਿਹੜੇ ਉਤਪਾਦਕ ਹੈ ਉਹਨਾਂ ਦਾ ਰੇਟ ਡਿੱਗ ਗਿਆ। ਇਸ ਲਈ ਇਹਨਾਂ ਸਭ ਨੂੰ ਕੰਪਨਸੇਟ ਕਰਨ, ਔਰ ਨਾਲ ਦੀ ਨਾਲ ਜਿਹੜੀ ਕਣਕ ਦੀ ਜਿਹੜਾ ਚਾਹੇ ਮੌਸਮ ਦੀ ਖਰਾਬੀ ਕਰਕੇ ਨੁਕਸਾਨ ਹੋਇਆ ਜਾਂ ਜਿਹੜਾ ਆਪਣਾ ਉਹਨਾਂ ਦੀ ਜਿਹੜੇ ਖਰਚੇ ਨੇ ਉਹਨਾਂ ਨੂੰ ਇਮੀਡੀਏਟਲੀ ਐਡਰੈਸ ਕਰਕੇ ਜਿਹੜੀ ਬੋਨਸ ਦੀ ਗੱਲ ਕਹੀ ਸੀ ਉਹ ਕਣਕ ਦੇ ਕਿਸਾਨਾਂ ਨੂੰ ਵੀ ਇਮੀਡੀਏਟਲੀ ਉਹ ਫਾਈਨੈਂਸ਼ੀਅਲ ਪੈਕੇਜ ਦੇ ਤੌਰ ਤੇ ਦਿੱਤਾ ਜਾਵੇ। ਬਿਲਕੁਲ ਜੀ, ਇੱਕ ਕਾਨੂੰਨ ਸਾਰਿਆਂ ਵਾਸਤੇ ਇੱਕੋ ਹੀ ਹੈ ਜੀ। ਇੱਕ ਕਾਨੂੰਨ ਸਾਰੇ ਹਿੰਦੁਸਤਾਨ ਚੱਲਦਾ। ਪੰਜਾਬ 'ਚ ਉਹਨਾਂ ਨੇ ਕਿਹਾ ਕਿ ਮਾਸਕ ਲਾ ਕੇ ਤੁਸੀਂ ਚੱਲੋ, ਸਰਕਾਰ ਨੇ ਵੀ ਇਹਦਾ ਕਿਹਾ ਹੋਇਆ, FIR ਦਰਜ ਹੋਈ। ਪਰ ਨਵਜੋਤ ਸਿੰਘ ਸਿੱਧੂ ਅਜੇ ਤੱਕ ਜਿਹੜੇ ਵੀ ਫੰਕਸ਼ਨ ਤਾਂ ਨਿਕਲਦੇ ਨੇ ਵਿਦਾਊਟ ਮਾਸਕ ਲਾਏ ਨਿਕਲਦੇ ਨੇ। ਕੀ ਸਮਝਦੇ ਹੋ ਕਿ ਸਰਕਾਰ ਉਹਨਾਂ ਦੇ ਕੇਸ ਵੀ ਕੋਈ ਦਰਜ ਕਰਨਾ ਚਾਹੁੰਦੀ ਜਾਂ ਉਹਨਾਂ ਨੂੰ ਰਿਆਇਤ ਦਿੱਤੀ ਗਈ ਹੈ ਕਿ ਮਾਸਕ ਨਾ ਲਾਓ? ਯਾਰ ਇਹ ਸਵਾਲ ਦਾ ਜਵਾਬ ਉਹ ਆਪ ਦੇਣ ਤੇ ਗੱਲ ਚੰਗੀ। ਤੁਹਾਡਾ ਓਪੀਨੀਅਨ ਕੀ ਹੈ ਜੀ? ਉਹ ਕਈ ਬਿਮਾਰੀਆਂ ਕਰੋਨਾ ਤੋਂ ਵੀ ਵੱਡੀਆਂ ਹੋ। ਇਹ ਬਿਮਾਰੀ ਜਿਹੜਾ ਸਵਾਲ ਪੁੱਛਿਆ ਕਰੋਨਾ ਤੋਂ ਵੱਡੀ ਹੈ। ਇਹ ਜਾਂ ਤਾਂ ਇਹ ਬਿਮਾਰੀ ਦਾ ਹਾਲੇ ਤੱਕ ਇਲਾਜ ਕਿਸੇ ਨੂੰ ਨਹੀਂ ਲੱਭਿਆ। ਇਹ ਤਾਂ ਮੈਨੂੰ ਲੱਗਦਾ ਇਹ ਤਾਂ ਮੇਰੇ ਤੋਂ ਨਾ ਹੀ ਜਵਾਬ ਲਓ, ਬੰਦੇ ਸਿਆਣੇ ਬਣਨ ਤੇ ਗੱਲ ਚੰਗੀ ਆ। ਦੇਖੋ ਇਹ ਬਾਰ-ਬਾਰ ਇਹ ਮਾਸਕ ਪਾਉਣ ਦੀ ਗੱਲ ਪਹਿਲਾਂ WHO ਨੇ ਜ਼ਰੂਰ ਕਿਹਾ ਸੀ ਕਿ ਮਾਸਕ ਉਹੀ ਪਾਵੇ ਜਿਹਨੂੰ ਇਹ ਬਿਮਾਰੀ ਦੇ ਸਿੰਪਟਮਸ, ਮਗਰ ਹੌਲੀ ਹੌਲੀ ਇਹਦੀ ਜਿਵੇਂ ਸਟੱਡੀ ਵਧੀ ਹੁਣ ਤਾਂ ਸਾਰੇ ਮੁਲਕਾਂ ਨੇ UK, ਅਮਰੀਕਾ, ਸਾਰੇ ਡਿਵੈਲਪਡ ਕੰਟਰੀਜ਼ ਨੇ ਇਹ ਫੈਸਲਾ ਕਰ ਲਿਆ ਕਿ ਨਹੀਂ ਤੁਸੀਂ ਮਾਸਕ ਪਾ ਕੇ ਨਿਕਲੋ, ਕਿਉਂਕਿ ਕਈ ਏਸਿੰਪਟੋਮੈਟਿਕ ਕੇਸਿਸ ਹੁੰਦੇ ਨੇ ਜਿਨ੍ਹਾਂ ਦਾ ਬਿਮਾਰੀ ਕੋਵਿਡ ਦੀ ਹੈ ਮਗਰ ਪਤਾ ਨਹੀਂ ਲੱਗਦਾ। ਔਰ ਅਖਬਾਰ 'ਚ ਬੜੀ ਵੱਡੀ ਖਬਰ ਆਈ ਸੀ ਕਿ 70% ਇਹ ਸਿੰਪਟੋਮੈਟਿਕ ਕੇਸਿਸ ਆਏ ਨੇ ਜਿਨ੍ਹਾਂ ਨੂੰ ਦੇਖ ਕੇ ਪਤਾ ਹੀ ਨਹੀਂ ਲਾ ਸਕਦੇ ਕਿ ਇਹਨਾਂ ਨੂੰ COVID-19 ਦੇ ਪੇਸ਼ੈਂਟ ਨੇ। ਮਗਰ ਜਦੋਂ ਜਾ ਕੇ ਗੱਲ ਕਰਦੇ ਨੇ ਜੇ ਉਹਨਾਂ ਦੀ ਵਿਦਆਊਟ ਮਾਸਕ ਤੇ ਸੁਭਾਵਿਕ ਹੈ ਕਈਆਂ ਦੀ ਲਾਈਫ ਨੂੰ ਡੇਂਜਰ 'ਚ ਪਾਉਂਦੇ। ਇਸ ਲਈ ਬੜੀ ਸਮਝਣ ਦੀ ਲੋੜ ਹੈ, ਸਿਆਣੇ ਜ਼ਿੰਮੇਵਾਰ ਬਣਨ ਦੀ ਲੋੜ ਹੈ। ਮਗਰ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਉਹਦਾ ਜਵਾਬ ਮੈਂ ਨਹੀਂ ਦੇ ਸਕਦਾ। ਉਹਦਾ ਜਵਾਬ ਜਾਂ ਤਾਂ ਕਪਤਾਨ ਸਾਹਿਬ ਆਪ ਦੇਣ ਜਾਂ ਜਿਹੜੇ ਨਹੀਂ ਪਾ ਕੇ ਫਿਰਦੇ ਉਹ ਦੇਣ। ਮਗਰ ਮੋਟੀ ਗੌਰ ਦੇ ਜੇ ਤੁਸੀਂ ਮੈਨੂੰ ਸਮਝੋ ਸਿਆਸੀ ਗੱਲ ਮੈਂ ਕਰਾਂ ਤੇ ਇਹ ਬਿਮਾਰੀ ਕਰੋਨਾ ਤੋਂ ਵੀ ਵੱਡੀ ਹੈ। ਕਰੋਨਾ ਦਾ ਫੇਰ ਰੱਬ ਕਰੇ ਇਲਾਜ ਮਿਲ ਜੂ, ਇਹਦਾ ਇਲਾਜ ਫੇਰ ਨਹੀਂ ਲੱਭਣਾ। ਬਿਲਕੁਲ ਜੀ, ਤੁਸੀਂ ਇੱਕ ਜਵਾਬ ਦਿਓ ਕਿ ਸਵੇਰੇ ਇੱਕ ਐਕਸੀਡੈਂਟ ਹੋਇਆ ਬਿਆਸ। ਗੱਲ ਐਕਸੀਡੈਂਟ ਇੱਕ ਛੋਟਾ ਹੈ ਜੀ, ਪਰ ਜਿਸ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਜੀ ਉਹ ਸ਼ਰਾਬ ਲੈ ਕੇ ਆ ਰਹੀ ਸੀ ਰੋਂਗ ਸਾਈਡ ਬਿਆਸ ਦੇ ਸਾਹਮਣੇ, ਸੈਂਟਰੋ ਗੱਡੀ ਵੱਜੀ ਹੈ, ਚੰਡੀਗੜ੍ਹ ਦੀ ਔਰਤ ਦੀ ਮੌਤ ਹੋ ਗਈ ਹੈ। ਕਰਫਿਊ ਲੱਗਾ ਹੈ, ਸ਼ਰਾਬ ਉਸ ਗੱਡੀ ਦੇ ਵਿੱਚ ਬਰਾਮਦ ਹੋਈ ਹੈ, ਪੁਲਿਸ ਉਸ ਤੇ ਕਾਰਵਾਈ ਕਰੇਗੀ। ਕੀ ਤੁਸੀਂ ਇਸ ਤੇ ਸਮਝਦੇ ਹੋ ਕਿ ਕੀ ਕਰਫਿਊ ਦੇ ਮਾਹੌਲ ਦੇ ਵਿੱਚ ਇਸ ਤਰ੍ਹਾਂ ਗੱਡੀ ਇੱਕ ਰੋਂਗ ਸਾਈਡ ਇਸ ਤਰ੍ਹਾਂ ਵੇ ਨਾਲ ਚਲਾਉਣੀ ਸ਼ਰਾਬ ਦੀ ਲੱਦੀ ਸ਼ਰਾਬ ਦੀ ਵਿਕਰੀ ਜਾ ਰਹੀ ਹੈ? ਦੇਖੋ ਮੈਂ ਇੱਕ ਬੇਨਤੀ ਕਰਾਂ ਜੀ, ਤੇ ਇਹ ਰੋਪੜ 'ਚ ਇੱਕ ਬੜਾ ਇਨਸੀਡੈਂਟ ਸਾਹਮਣੇ ਆਇਆ ਜਿੱਥੇ ਨਾ ਤਾਂ ਉਹ ਮੀਡੀਆ ਨੇ ਹਾਈਲਾਈਟ ਮੈਂ ਸਮਝਦਾ ਕਰ ਸਕੇ ਪੂਰੀ ਤਰ੍ਹਾਂ। ਅਸੀਂ ਸਾਰੇ ਉਹਦੇ 'ਚ ਆਪਣੀ ਜ਼ਿੰਮੇਵਾਰੀ 'ਚ ਫੇਲ ਹੋਏ ਆ। ਮਗਰ ਜਿਹੜੀ ਵੱਡੀ ਗੱਲ ਹੈ ਕਿ ਉਹ ਗੱਲ ਫੜੀ ਕਿਵੇਂ ਗਈ। ਸ਼ਰਾਬ ਦੇ ਠੇਕਾ ਕਿਹਦਾ ਸੀ? ਕਾਂਗਰਸ MLA ਦਾ। ਸਿੱਧੂ ਐਂਟਰਪ੍ਰਾਈਜ਼ਸ ਕਰਕੇ ਠੇਕੇ ਰੋਪੜ 'ਚ ਚੱਲਦੇ ਸੀ। ਇਲਾਕੇ ਵਾਲਿਆਂ ਨੇ ਸ਼ਿਕਾਇਤ ਕੀਤੀ ਕਿ ਇੱਥੇ ਲੋਕ ਰੋਜ਼ ਵੱਡੀ ਗਿਣਤੀ 'ਚ ਇਕੱਠੇ ਹੁੰਦੇ ਆ, ਇੱਥੇ ਕਾਈਂਡਲੀ ਇਹ ਰੋਕਿਆ ਜਾਵੇ, ਇੱਥੋਂ ਸ਼ਰਾਬ ਵਿਕਦੀ। ਇੱਕ ਚੁੱਪਚਾਪ ਅਨਇਨਫੋਰਮ ਮਤਲਬ ਸਰਪ੍ਰਾਈਜ਼ ਐਲੀਮੈਂਟ ਨੂੰ ਧਿਆਨ 'ਚ ਰੱਖਦਿਆਂ ਹੋਇਆ SDM ਰੋਪੜ ਤੇ ਤਹਿਸੀਲਦਾਰ ਰੋਪੜ ਨੇ ਰੇਡ ਕੀਤੀ। ਉੱਥੇ ਲੋਕ ਵਾਕਈ ਮੌਜੂਦ ਸਨ ਠੇਕੇ ਦੇ ਬਾਹਰ, ਉਹ ਭੱਜ ਗਏ। ਇੱਕ ਗੱਡੀ ਸ਼ਰਾਬ ਨਾਲ ਲੱਦੀ ਜਿਹਦਾ ਜ਼ਿਕਰ ਹੀ ਨਹੀਂ ਕਿੱਥੇ ਹੋ ਰਿਹਾ। ਜੇ ਤੁਸੀਂ ਉਹ ਵੀਡੀਓ ਵੇਖੋ ਤਾਂ ਮੈਡਮ SDM ਕਹਿ ਰਹੇ ਆ ਉਹਨੂੰ ਵਿਚਾਰੀ ਨੂੰ ਗੱਡੀ ਦਾ ਨੰਬਰ ਵੀ ਪਤਾ PB 10 GK 2326
ਕਿ ਇਹ ਗੱਡੀ ਸ਼ਰਾਬ ਲੈ ਕੇ ਇੱਥੋਂ ਸਾਡੇ ਸਾਹਮਣੇ ਭੱਜੀ ਹੈ, ਮਗਰ ਜੇ ਪਰਚਾ ਤੁਸੀਂ ਕੱਢੋ ਤੇ ਉਹਦੇ 'ਚ ਉਹ ਗੱਡੀ ਦਾ ਜ਼ਿਕਰ ਕਿੱਥੇ ਨਹੀਂ। ਤੇ ਸੁਭਾਵਿਕ ਹੈ ਕੀ ਸਾਹਮਣੇ ਆਇਆ ਕਿ ਪ੍ਰੈਸ਼ਰ ਪੈ ਗਿਆ, ਔਰ ਉਹਨਾਂ ਨੇ ਜਦੋਂ ਅਫਸਰਾਂ ਨੂੰ ਆਉਂਦੇ ਵੇਖਿਆ ਠੇਕੇ ਦੇ ਸ਼ਟਰ ਸਿੱਟਤੇ ਤੇ ਬੰਦੇ ਅੰਦਰ ਜਾ ਕੇ ਬਹਿ ਗਏ, ਉਹ ਸ਼ਟਰ ਨਾ ਖੋਲਣ। ਅਖੀਰ 'ਚ ਪੁਲਿਸ ਬੁਲਾ ਕੇ ਐਸਐਸਪੀ ਗਏ, ਡੀਸੀ ਸਾਹਿਬ ਗਏ, ਤੋੜ ਕੇ ਅੰਦਰ ਵੜੇ। ਔਰ ਉਹ ਠੇਕੇ 'ਚ ਕਿਹਦੇ ਅੰਦਰ ਵੜੇ? ਦਰਸ਼ਨ ਲਾਲ ਜਿਹੜੇ ਬਲਾਚੌਰ ਦੇ ਐਮਐਲਏ ਆ, ਉਹਨਾਂ ਦੇ ਭਾਈਵਾਲੀ ਆ ਕਹਿੰਦੇ ਉਹ ਠੇਕੇ 'ਚ, ਉਹਨਾਂ ਦੀ ਫੈਮਿਲੀ ਦੀ। ਉਹ ਠੇਕੇ ਨੂੰ ਤੋੜ ਕੇ ਅੰਦਰ ਵੜੇ ਤੇ ਬੰਦੇ 4-5 ਬੰਦੇ ਅੰਦਰ ਪਾਏ ਗਏ। ਉਹਨਾਂ ਤੇ ਪਰਚਾ ਕਿਉਂ ਨਹੀਂ ਦਰਜ ਹੋਇਆ? ਇੱਕ ਭਤੀਜਾ ਸੀ ਸਾਹਮਣੇ ਜਿਹਨੂੰ ਪੁਲਿਸ ਥਾਣੇ ਲੈ ਕੇ ਗਈ, ਮਗਰ ਥਾਣੇ ਜਾ ਕੇ ਛੱਡਤਾ ਗਿਆ। ਔਰ ਜਦੋਂ ਅੰਦਰ ਵੜੇ ਤੇ ਉੱਥੇ ਗੈਸ ਦਾ ਸਿਲੰਡਰ ਸੀ ਜਿਹਦੀ ਪਾਈਪ ਕੱਢ ਕੇ ਉਹਨਾਂ ਦੇ ਬੰਦਿਆਂ ਨੇ ਥ੍ਰੈਟ ਕੀਤਾ ਅੰਦਰੋਂ ਕਿ ਅਸੀਂ ਪਾਈਪ ਕੱਢਤੀ ਆ, ਅੱਗ ਲਾ ਦੇਣੀ ਆ, ਸਾਰੇ ਮੱਚ ਜਾਣੇ। ਮਤਲਬ ਕਿ ਜਿਹੜੇ ਪ੍ਰਸ਼ਾਸਨ ਦੇ ਲੋਕ ਸਨ ਉਹਨਾਂ ਦੀ ਡਿਊਟੀ ਕਰਨ ਤੋਂ ਉਹਨਾਂ ਦੇ ਕੰਮ 'ਚ ਵਿਘਨ ਪਾਇਆ। ਫਿਰ ਉਹਨਾਂ ਨੂੰ ਲਾਈਫ ਨੂੰ ਥ੍ਰੈਟ ਕੀਤਾ ਕਿ ਅਸੀਂ ਜਾਨੋਂ ਮਾਰ ਦਿਆਂਗੇ ਤੁਹਾਨੂੰ, ਮਗਰ ਅੱਜ ਜਾ ਕੇ ਰੋਪੜ ਦਾ ਪਰਚਾ ਕੱਢ ਲਓ। ਨਾ ਤਾਂ ਉਹ ਹੇਮਰਾਜ ਕਾਕੂ ਜਿਹੜਾ ਭਤੀਜਾ ਉਹ ਉਸ ਪਰਚੇ 'ਚ ਕਿੱਥੇ ਨਹੀਂ, ਨਾ ਉਹਦੇ 'ਚ 307 ਲੱਗੀ, ਨਾ ਇੱਕ 51 ਤੇ 58 ਡਿਜ਼ਾਸਟਰ ਮੈਨੇਜਮੈਂਟ ਦੀ ਐਕਟਸ ਹੁੰਦੀਆਂ ਨੇ ਨਾਨ ਅਵੇਲੇਬਲ, ਨਾ ਉਹ ਲੱਗੀਆਂ, ਨਾ ਗੈਰ ਕਾਨੂੰਨੀ ਢੰਗ ਨਾਲ ਜਦੋਂ ਠੇਕੇ ਅਲਾਉਡ ਹੀ ਨਹੀਂ ਤੁਸੀਂ ਉਹ ਚਲਾ ਰਹੇ ਹੋ, ਨਾ ਐਕਸਾਈਜ਼ ਦਾ ਉਹਦੇ ਤੇ ਪਰਚਾ ਹੋਇਆ। ਤੇ ਵੱਡੀ ਗੱਲ ਹੈ ਕਿ ਜੇ ਗੈਰ ਕਾਨੂੰਨੀ ਢੰਗ ਨਾਲ 149 ਵੀ ਲੱਗਣਾ ਬਣਦਾ ਹੈ ਕਿਉਂਕਿ ਵੱਧ ਬੰਦੇ ਇਕੱਠੇ ਹੋਏ ਸੀ, ਨਾ ਉਹ ਲੱਗੀ। ਜਿੰਨੀਆਂ ਨਰਮ ਧਾਰਾਵਾਂ ਸਨ ਕੱਲੀ ਉਹ ਲਾਤੀਆਂ ਗਈਆਂ। ਔਰ ਇਹ ਤੋਂ ਸਪਸ਼ਟ ਹੋ ਗਿਆ ਕਿ ਦਿਨਕਰ ਗੁਪਤਾ ਜੀ ਦਾ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਦੋ ਮਾਪਦੰਡ ਨੇ। ਪੰਜਾਬ 'ਚ ਦੋ ਤਰੀਕੇ ਦੇ ਕਾਨੂੰਨ ਚੱਲਦੇ। ਜੇ ਤਾਂ ਕੋਈ ਪੱਠੇ ਲਿਆਵੇ ਆਪਦੇ ਡੰਗਰਾਂ ਵਾਸਤੇ ਉਹਨੂੰ ਤਾਂ ਪੈਣਗੇ ਛਿੱਤਰ, ਜੇ ਕੋਈ ਦੁੱਧ ਵੇਚਣ ਜਾਵੇ ਐਸੈਂਸ਼ੀਅਲ ਕਮੋਡਿਟੀ ਥੱਲੇ ਉਹਦੇ ਨਾਲ ਹੋਊਗਾ ਧੱਕਾ, ਜੇ ਕੋਈ ਦਵਾਈ ਲੈਣ ਜਾਵੇ ਆਪਦੇ ਮਾਪਿਆਂ ਵਾਸਤੇ ਉਹਨਾਂ ਨੂੰ ਕੁੱਟ ਪੈ ਸਕਦੀ ਆ। ਮਗਰ ਜੇ ਕੋਈ ਖੰਨੇ ਵਾਲੇ ਕੇਸ 'ਚ ਗੁਰਸਿੱਖਾਂ ਦੀ ਬੇਅਦਬੀ ਹੋਵੇ, ਕਕਾਰਾਂ ਦੀ, ਐਸਐਚਓ ਬਲਜਿੰਦਰ ਸਿੰਘ ਕਰੇ ਪਿਓ ਨੂੰ ਪੁੱਤ ਅੱਗੇ ਨੰਗਾ ਕਰੇ, ਪੁੱਤ ਨੂੰ ਪਿਓ ਅੱਗੇ ਕਰੇ, ਐਸਸੀ ਭਾਈਚਾਰੇ ਦੇ ਬੰਦੇ ਨੂੰ ਜਾਤੀ ਸੂਚਕ ਸ਼ਬਦ ਵਾਲੇ, ਉਹਦੇ ਖਿਲਾਫ ਕੋਈ ਕਾਰਵਾਈ ਨਹੀਂ, ਉਹਦੇ ਲਈ ਇੱਕ ਸਿੰਪਲ ਟ੍ਰਾਂਸਫਰ। ਔਰ ਰੋਪੜ ਵਾਲੇ ਕੇਸ 'ਚ ਵੀ ਔਨ ਵੀਡੀਓ ਰਿਕਾਰਡਿੰਗ ਹੈ ਸ਼ਰਾਬ ਦੇ ਠੇਕੇ ਚੱਲਦਿਆਂ ਦੀ, ਐਸਡੀਐਮ ਨੂੰ ਤਹਿਸੀਲਦਾਰ ਨੂੰ ਥ੍ਰੈਟ ਕਰਦਿਆਂ ਦੀ, ਮਗਰ ਉਹਦੇ 'ਚ ਸਾਰੇ ਵੇਲੇਬਲ ਅਫੈਂਸ ਲਾਏ ਗਏ ਆ। ਔਰ ਜਿਹੜੇ ਅਸਲ ਮੁਜਰਮ ਹੈ ਨਹੀਂ ਫੜੇ ਗਏ। ਇਹ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਰਕਾਰ ਕਿੰਨੀ ਗੰਭੀਰ ਹੈ ਇਹਨਾਂ ਦੇ ਮੁੱਦਿਆਂ ਤੇ। ਇਹ ਤੋਂ ਵਾਸਤੇ ਤਾਂ ਇਹ ਬੜਾ ਕਲੀਅਰ ਹੈ ਕਿ ਸਰਕਾਰ ਕਹੇ ਕੁਛ ਰਹੀ ਹੈ, ਕਰ ਕੁਛ ਰਹੀ ਹੈ। ਅੱਜ ਮਾਈਨਿੰਗ ਦੀ ਤਾਂ ਕਹਿਤੀ ਕਿ ਲਿਫਟਿੰਗ ਅਸੀਂ ਬੜੀ ਜ਼ੋਰ ਨਾਲ ਕਰਾਵਾਂਗੇ, ਕਣਕ ਦੀ ਫਿਕਰ ਲਿਫਟਿੰਗ ਦਾ ਫਿਕਰ ਕਰੋ ਜਿਹੜੀ ਸਭ ਤੋਂ ਜ਼ਰੂਰੀ ਲੋੜ ਹੈ। ਇਸ ਲਈ ਇਹਨਾਂ ਹਾਲਾਤਾਂ 'ਚ ਬਹੁਤ ਜ਼ਰੂਰੀ ਹੋ ਗਿਆ ਕਿ ਜਿੱਥੇ ਜਿੱਥੇ ਕਮੀ ਪੇਸ਼ੀ ਹੈ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਇਹਨਾਂ ਤੋਂ ਐਡਰੈਸ ਕਰਦੇ ਹੋ। ਚਾਹੇ ਉਹ ਕੇਸ ਜਿਹੜਾ ਤੁਸੀਂ ਬਿਆਸ ਵਾਲਾ ਦੱਸਿਆ ਇਮੀਡੀਏਟਲੀ ਤਹਿਕੀਕਾਤ ਹੋਵੇ, ਸ਼ਰਾਬ ਆਈ ਕਿੱਥੋਂ, ਰੌਂਗ ਸਾਈਡ ਗੱਡੀ ਬਿਲਕੁਲ ਉਹਦੇ ਖਿਲਾਫ ਕਾਰਵਾਈ, ਮਗਰ ਨਾਲ ਉਹ ਸ਼ਰਾਬ ਆਈ ਕਿੱਥੋਂ, ਅਖੀਰ ਤੱਕ ਜਿਹੜੇ ਇਲੀਗਲ ਕੰਮ ਇਹ ਸਾਰਾ ਕਰ ਰਹੇ ਆ ਉਹਨਾਂ ਨੂੰ ਫੜ ਕੇ ਅੰਦਰ ਦੇਣ ਦਾ ਕੰਮ ਸਰਕਾਰ ਕੰਮ ਸ਼ਾਮੀ 6 ਵਜੇ ਵੀ ਤੁਹਾਡੇ ਹਲਕੇ ਦੇ ਵਿੱਚ ਤੁਸੀਂ ਸੈਨੀਟਾਈਜ਼ਰ ਲਾਇਆ ਹੈ ਤੇ ਕਿੰਨੀ ਦੇਰ ਚੱਲੇਗਾ ਜੀ ਇਹ ਕੰਮ? ਇਹ ਜੀ ਹਰ ਪਿੰਡ ਹਰ ਕਸਬੇ ਜਦ ਤੱਕ ਕੰਮ ਮੁੱਕ ਨਹੀਂ ਜਾਂਦਾ ਸਾਰੀ ਜਗ੍ਹਾ ਇਹ ਕੰਮ ਚਲਾਇਆ ਜਾਊਗਾ। ਇਹ ਮਹੀਨਾ ਕਿਉਂਕਿ ਅਸੀਂ ਸਰਕਾਰ ਦੇ ਸੈਨੀਟਾਈਜੇਸ਼ਨ ਕੰਮ ਨੂੰ ਢੀਕਿਆ ਕਿਉਂਕਿ ਨਹੀਂ ਸ਼ੁਰੂ ਹੋਇਆ, ਫਿਰ ਅਸੀਂ ਆਪ ਸ਼ੁਰੂ ਕਰਾਉਣਾ। ਵਿਕਰਮ ਜੀ ਅੱਜ ਇੱਕ ਸ਼ਾਮ ਨੂੰ 6 ਵਜੇ ਕਾਂਗਰਸੀ ਉਹ ਜੈ ਘੋਸ਼ ਦਾ ਇੱਕ ਉਹਨਾਂ ਨੇ ਪ੍ਰੋਗਰਾਮ ਵਿੱਚ ਜਕਾਰੇ ਸੋਹਣੇ ਹਾਲ ਕੋ ਤੇ ਹਰ ਹਰ ਮਹਾਦੇਵ ਕੋ। ਦੇਖੋ ਜਾਖੜ ਸਾਹਿਬ ਨੂੰ ਲਿਖਿਆ ਜੀ ਪ੍ਰੋਗਰਾਮ, ਜਾਖੜ ਜੀ ਵਿਹਲੇ ਨੇ ਜੀ, ਹੁਣ ਕੁਝ ਤਾਂ ਉਹਨਾਂ ਨੇ ਕਰਨਾ ਸੀ। ਇਸ ਤੋਂ ਵੱਧ ਉਹ ਧਿਆਨ ਕਰਦੇ ਕਿਸਾਨਾਂ ਦਾ, ਇਸ ਤੋਂ ਵੱਧ ਉਹ ਦਿਲ ਦਰਦ ਮਹਿਸੂਸ ਕਰਦੇ ਲੇਬਰਰ ਦਾ, ਇਸ ਤੋਂ ਵੱਧ ਜਾ ਕੇ ਕਿਤੇ ਉਹ ਦਰਦ ਮਹਿਸੂਸ ਕਰਦੇ ਜਿਨ੍ਹਾਂ ਦੀ ਨੌਕਰੀਆਂ ਚਲੀ ਗਈ ਆ ਉਹਨਾਂ ਦਾ, ਜਾਂ ਫਾਈਨੈਂਸ਼ੀਅਲ ਪੈਕੇਜ ਦਿੰਦੇ। ਤੇ ਅਸੀਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਹੱਕ 'ਚ ਜਕਾਰੇ ਛੱਡ ਕੇ ਵਧਾਈ ਦੇਣੀ ਸੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਵਾਕਈ ਤੁਸੀਂ ਲੋਕਾਂ ਨੂੰ ਦਰਦ ਸਮਝਦੇ ਹੋ, ਤੁਸੀਂ ਸਹੀ ਫੈਸਲਾ ਕੀਤਾ। ਮਗਰ ਹੁਣ ਤਾਂ ਧਿਆਨ ਭਟਕਾਊ ਕੰਮ ਚੱਲ ਰਿਹਾ ਕੈਪਟਨ ਅਮਰਿੰਦਰ ਸਿੰਘ ਦੇ ਸਰਕਾਰ ਦਾ ਤੇ ਉਹਨਾਂ ਦੇ ਵਜ਼ੀਰਾਂ। ਧੰਨਵਾਦ।